ਮਿਸਮੈਚ ਕਿਉਂ ਕਹਿ ਰਹੇ ਹਾਂ? ਇੱਕ ਪਾਸੇ ਤੁਸੀਂ ਮਾਸਕ ਦੇ ਉੱਤੇ ਫੋਕਸ ਕਰ ਰਹੇ ਹੋ ਤੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਨਵੰਬਰ ਦਸੰਬਰ ਜਿਵੇਂ ਆਪਾਂ ਪਿਛਲੇ ਸਾਲ ਕੱਢਿਆ 2020 ਦੇ ਵਿੱਚ ਕਿ ਆਪਾਂ ਨੂੰ ਲੱਗਿਆ ਕਿ ਬਸ ਹੋ ਗਿਆ ਕਰੋਨਾ ਦਾ ਕੰਮ, ਤੇ ਉਸ ਤੋਂ ਬਾਅਦ ਸੈਕੰਡ ਵੇਵ ਦਾ ਸਾਨੂੰ ਸਾਹਮਣਾ ਕਰਨਾ ਪਿਆ, ਤਾਂ ਕਿਤੇ ਅਸੀਂ ਉਸ ਤਰੀਕੇ ਨਾਲ ਲਾਪਰਵਾਹੀ ਤਾਂ ਨਹੀਂ ਕਰ ਰਹੇ ਜਾਂ ਜਲਦਬਾਜ਼ੀ ਤਾਂ ਨਹੀਂ ਕਰ ਰਹੇ? ਮੈਂ ਇਸ ਦੇ ਉੱਤੇ ਅੱਜ ਗੱਲਬਾਤ ਕਰ ਰਿਹਾ। ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਆਪਾਂ ਇਸ ਦੇ ਉੱਤੇ ਚਰਚਾ ਕਰਾਂਗੇ, ਪਰ ਪਹਿਲਾਂ ਮੈਂ ਰੁਕ ਕਰਦਾ। ਸਾਡੇ ਨਾਲ ਡਾਕਟਰ ਚੋਪੜਾ ਜੁੜੇ ਹੋਏ ਨੇ। ਸਰ ਇੱਕ ਵਾਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫਿਰ ਤੋਂ। ਮੇਰਾ ਸਿੱਧਾ ਜਿਹਾ ਸਵਾਲ ਹੈ, ਬੱਚਿਆਂ ਨੂੰ ਸਕੂਲ ਭੇਜਣਾ ਰਿਸਕੀ ਹੈ ਜਾਂ ਨਹੀਂ? देखो गौरव जी, गल इस तरह है कि जिस तरह कई साहब ने कहा है कि रजिंदर जी ने कि ਜਿਹੜੇ 9ਵੀਂ 10ਵੀਂ 11ਵੀਂ 12ਵੀਂ ਦੇ ਬੱਚੇ ਨੇ ਉਹਨਾਂ ਨੂੰ ਪਹਿਲੇ ਟਰਾਇਲ ਬੇਸਿਸ ਤੇ ਸਕੂਲ ਦੇ ਵਿੱਚ ਅਲਾਉ ਕਰਨਾ ਚਾਹੀਦਾ ਹੈ ਐਜ਼ ਪਰ ਜੋ ਵੀ ਕੋਵਿਡ ਗਾਈਡਲਾਈਨਸ ਦੇ ਅਕੋਰਡਿੰਗਲੀ। ਉਹਦੇ ਵਿੱਚ ਜੋ ਵੀ ਸਾਨੂੰ ਸੇਫਟੀ ਮੈਜਰਸ RT-PCR ਵਿਦ ਕੰਸੈਂਟ ਆਫ ਦੀ ਪੇਰੈਂਟਸ ਉਹ ਸਾਨੂੰ ਸ਼ੁਰੂ ਕਰਨਾ ਚਾਹੀਦਾ। ਪਰ ਲੈਸ ਦੈਨ 9ਵੀਂ ਤੋਂ ਘੱਟ ਦੇ ਬੱਚਿਆਂ ਨੂੰ ਅਜੇ ਥੋੜ੍ਹਾ ਜਿਹਾ ਰਿਸਕੀ ਹੈ, ਥੋੜ੍ਹਾ ਜਿਹਾ ਸਾਨੂੰ ਹੋਰ ਵੇਟ ਕਰਨਾ ਚਾਹੀਦਾ। ਔਰ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਵੀ ਜ਼ਿਆਦਾ ਇਹ ਮੈਸੇਜ ਜਾਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਵੀ ਕਿ ਉਹ ਬੱਚਿਆਂ ਨੂੰ ਜ਼ਿਆਦਾ ਖੇਲਣ ਜਾਂ ਪਲੇਗਰਾਊਂਡ ਦੇ ਵਿੱਚ ਵਿਦਆਊਟ ਮਾਸਕ ਵਿਦਆਊਟ ਸੈਨੀਟਾਈਜੇਸ਼ਨ ਨਹੀਂ ਅਲਾਉ ਕਰਨਾ ਚਾਹੀਦਾ। ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਛੋਟੇ ਬੱਚੇ ਨੇ ਪ੍ਰਾਇਮਰੀ ਸਕੂਲ ਵਾਲੇ ਉਹ ਥੋੜਾ ਰਿਸਕੀ ਹੈ ਜੇ ਆਪਾਂ ਉਹਨਾਂ ਨੂੰ ਭੇਜਦੇ ਹਾਂ? ਸਰ ਮੈਂ ਤੁਹਾਡੇ ਕੋਲ ਵਾਪਸ ਆਉਣਾ ਇਸ ਵਾਲੇ ਸਾਡੇ ਨਾਲ ਮੁਹੰਮਦ ਖਾਲਿਦ ਜੀ ਦੁਬਾਰਾ ਜੁੜ ਚੁੱਕੇ ਨੇ ਕਿਉਂਕਿ ਉਹ ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਕਰ ਪਾਣਗੇ। ਐਕਚੁਅਲੀ ਪੁਆਇੰਟ ਇਹ ਹੈ ਕਿ ਜੇ ਤੁਸੀਂ ਹੁਣ 5ਵੀਂ ਕਲਾਸ ਦੇ ਬੱਚੇ ਨੂੰ ਜਿਹੜਾ 3rd 4th ਜਾਂ 5th ਸਟੈਂਡਰਡ ਦੇ ਵਿੱਚ ਪੜ੍ਹ ਰਿਹਾ ਹੈ, ਤੁਸੀਂ ਉਹਨੂੰ ਕਹੋ ਕਿ ਦੂਜੇ ਬੱਚੇ ਤੋਂ 6 ਫੁੱਟ ਦੂਰ ਰਹਿਣਾ ਹੈ, ਜੇ ਤਾਂ ਉਹਦੇ ਦਿਮਾਗ ਦੇ ਵਿੱਚ ਪੈ ਗਈ ਬੱਚੇ ਦੀ ਗੱਲ, ਫਿਰ ਉਹ 6 ਫੁੱਟ ਪੱਕਾ ਹੀ ਦੂਰ ਰਹੇਗਾ। ਪਰ ਜੇ ਉਹਨਾਂ ਨੂੰ ਨਹੀਂ ਸਮਝ ਆਈ ਗੱਲ, ਬਹੁਤ ਘੱਟ ਚਾਂਸਸ ਹੁੰਦੇ ਕਿ ਬੱਚਿਆਂ ਨੂੰ ਤੁਸੀਂ ਦੂਰ ਰੱਖੋ, ਤਾਂ ਫਿਰ ਕਿਵੇਂ ਸੋਸ਼ਲ ਡਿਸਟੈਂਸਿੰਗ ਹੋਏਗੀ? ਉਹ ਤਾਂ ਇੱਕ ਬੜਾ ਡਿਫਿਕਲਟ ਟਾਸਕ ਨਜ਼ਰ ਆਉਂਦਾ। ਸਰ ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਪ੍ਰੋਫੈਸਰ ਸਾਹਿਬ ਖਾਲਿਦ ਜੀ, ਕਿਵੇਂ ਦੇਖ ਰਹੇ ਹੋ ਮੌਜੂਦਾ? ਪਲੀਜ਼ ਡਾਕਟਰ ਸਾਹਿਬ ਤੁਸੀਂ ਕੰਪਲੀਟ ਕਰ ਲਓ, ਕੁਝ ਕਹਿਣਾ ਚਾਹ ਰਹੇ ਹੋ? ਡਾਕਟਰ ਚੋਪੜਾ ਜੀ ਮੈਂ ਕਹਿਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਪ੍ਰਿੰਸ ਜੀ ਨੇ ਕਿਹਾ ਕਿ ਦੇਖੋ ਮਾਰਕੀਟ ਦੇ ਵਿੱਚ ਹੁਣ ਲੋਕ ਫਿਰ ਵਿਦਆਊਟ ਮਾਸਕ ਔਰ ਵਿਦਆਊਟ ਸੋਸ਼ਲ ਡਿਸਟੈਂਸਿੰਗ ਸਾਰੀ ਚੀਜ਼ਾਂ ਓਪਨਲੀ ਖਤਮ ਕਰ ਰਹੇ ਨੇ ਔਰ ਉਹਦੇ ਕਰਕੇ ਕੋਵਿਡ ਦੇ ਕੇਸਿਸ ਹੁਣ ਫਿਰ ਰਾਈਜ਼ ਹੋ ਰਹੇ ਨੇ। तो दैट इज़ डेंजरस फॉर दी सोसाइटी एज वेल एज दी किड्स। तो असी छोटे बच्चों तो की एक्सपैक्ट कर सकते हैं जब असी अडल्ट्स अपनी सोशल डिस्टेंसिंग मेनटेन नहीं कर सकते, तो असी छोटे बच्चों तो की एक्सपैक्ट कर सकते हैं कि वैदर दे विल कीप दी सोशल डिस्टेंसिंग। बिल्कुल नहीं, वो पॉइंट सर एक भी है कि तुसी किसी छोटे शहर दे विच चले जाओ, कस्बे दे विच चले जाओ, ਉੱਥੇ ਲੋਕਾਂ ਨੂੰ ਲੱਗਦਾ ਕਿ ਨਹੀਂ ਹੁਣ ਤਾਂ ਮਾਸਕ ਪਾਉਣ ਦੀ ਜ਼ਰੂਰਤ ਹੀ ਨਹੀਂ। ਜੇ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਕਿ ਜਦੋਂ ਤੱਕ ਚਲਾਨ ਨਹੀਂ ਨਾ ਹੁੰਦੇ ਨਹੀਂ ਪਾਉਂਦੇ ਲੋਕ ਮਾਸਕ। ਤੁਸੀਂ ਚੰਡੀਗੜ੍ਹ ਚਾਹੋ, ਲੋਕਾਂ ਨੇ ਮਾਸਕ ਪਾਏ ਹੋਏ ਨੇ, ਇੱਕ ਗੱਡੀ 'ਚ 3 ਲੋਕ 4 ਲੋਕ ਜਾ ਰਹੇ ਨੇ, ਸਭ ਨੇ ਮਾਸਕ ਪਾਇਆ ਹੋਇਆ। ਇਹੀ ਤੁਸੀਂ ਮੋਹਾਲੀ ਤੋਂ ਹੁਣ ਅੱਗੇ ਵਧਣਾ ਸ਼ੁਰੂ ਕਰ ਦਿਓ, ਪੰਜਾਬ 'ਚ ਜਾਣਾ ਸ਼ੁਰੂ ਕਰ ਦਿਓ, ਲੋਕਾਂ ਦੇ ਗੱਡੀ ਦੇ ਵਿੱਚ ਮਾਸਕ ਨਹੀਂ ਹੁੰਦਾ। ਉਹ ਇਸੇ ਕਰਕੇ ਨਹੀਂ ਹੁੰਦਾ ਕਿਉਂਕਿ ਪੁਲਿਸ ਸਖਤੀ ਨਹੀਂ ਕਰ ਰਹੀ। ਬੇਸਿਕਲੀ ਗੱਲ ਇਹੀ ਹੈ ਕਿ ਅਸੀਂ ਹੈਲਮਟ ਪਾਉਂਦੇ ਆ, ਚਲਾਨ ਨਾ ਹੋ ਜੇ, ਅਸੀਂ ਆਪਣੀ ਗੱਡੀ ਦਾ ਇੰਸ਼ੋਰੈਂਸ ਕਰਵਾਇਆ ਕਿ ਚਲਾਨ ਨਾ ਹੋ ਜੇ, ਅਸੀਂ ਮੂੰਹ ਦੇ ਉੱਤੇ ਮਾਸਕ ਤਾਂ ਪਾਉਂਦੇ ਆ ਕਿ ਚਲਾਨ ਨਾ ਹੋ ਜੇ। ਇਹ ਇੱਕ ਬੇਸਿਕ ਪ੍ਰੋਬਲਮ ਹੈਗੀ ਹੈ। ਪਰ ਆਪਾਂ ਸਕੂਲ ਦੇ ਉੱਤੇ ਫੋਕਸ ਕਰਨਾ। ਮੈਂ ਵਾਪਸ ਆਉਂਗਾ ਤੁਹਾਡੇ ਕੋਲ। ਪ੍ਰੋਫੈਸਰ ਖਾਲਿਦ ਸਰ, ਤੁਸੀਂ ਕਿਵੇਂ ਦੇਖ ਰਹੇ ਹੋ ਮੌਜੂਦਾ ਸਿਚੁਏਸ਼ਨ ਨੂੰ ਕਿ ਐਸੀ ਸਿਚੁਏਸ਼ਨ ਬਣ ਰਹੀ ਹੈ ਕਿ ਅਸੀਂ ਸਕੂਲਾਂ ਨੂੰ ਖੋਲਣ ਦੇ ਫੈਸਲੇ ਨੂੰ ਰਿਵਿਊ ਕਰੀਏ, ਖਾਸ ਤੌਰ ਤੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਨੂੰ? देखो इदा है कि रिस्क भी बहुत ज्यादा इन्वॉल्वड है जी, और दूसरे पासे साडे कोल चारा भी कोई नहीं है स्कूलों ਨੂੰ ਖੋਲਣ ਤੇ ਬਿਨਾ। लेकिन स्कूलों ਨੂੰ फेज्ड मैनर ਦੇ ਵਿੱਚ ਖੋਲਣਾ ਪਏਗਾ। खास तौर पर ਜਿਹੜੀਆਂ ਬੋਰਡ ਦੀਆਂ ਕਲਾਸਿਸ ਹੈ ਜਿਹਦੇ ਉੱਪਰ ਸਭ ਤੋਂ ਜ਼ਿਆਦਾ ਸਕੂਲ ਦਾ ਅਥਾਰਟੀਜ਼ ਦਾ ਵੀ ਫੋਕਸ ਹੁੰਦਾ ਹੈ, ਉਹਨਾਂ ਨੇ ਅੱਗੇ ਜਾ ਕੇ ਕੰਪੀਟੀਸ਼ਨ ਲੜਨੇ ਹੁੰਦੇ ਆ, ਅੱਗੇ ਜਾ ਕੇ ਹੋਰ ਜਗ੍ਹਾ ਐਡਮਿਸ਼ਨਸ ਲੈਣੇ ਹੁੰਦੀਆਂ, ਜਿਹਨੂੰ ਆਪਾਂ ਟਰਮੀਨਲ ਕਲਾਸਿਸ ਕਹਿੰਦੇ ਆ। ਉਹਨਾਂ ਨੂੰ ਤਾਂ ਸਕੂਲ ਦੇ ਵਿੱਚ ਬੁਲਾਉਣਾ बहुत ही ज्यादा जरूरी हो गया है, क्योंकि बच्चा दिन ब दिन एजुकेशनली निगार वाल जा रहा है। जिहड़ी आपां ऑनलाइन एजुकेशन दे रहे हैं वो एक इस वेले सिचुएशन के मुताबिक है, लेकिन वो कोई क्लासरूम वर्क नहीं है। वो जिहड़ी क्लासरूम एजुकेशन है वो ओदी अपना एक स्थान है, ऑनलाइन ओदा मुकाबला नहीं कर सकती। लेकिन ਇਹ ਵੀ ਜ਼ਰੂਰੀ ਹੈ ਕਿ ਇੱਕ ਸਮੈਸਟਰ ਐਸਾ ਹੈ ਜਿਹਦੇ ਵਿੱਚ ਤੁਹਾਨੂੰ ਹਾਈਬ੍ਰਿਡ ਕਰਨਾ ਪਏਗਾ, ਯਾਨੀ ਕਿ ਤੁਹਾਨੂੰ ਆਨਲਾਈਨ ਕਲਾਸਿਸ ਵੀ ਕਰਨੀਆਂ ਪੈਣਗੀਆਂ, ਆਫਲਾਈਨ ਕਲਾਸਿਸ ਵੀ ਕਰਨੀਆਂ ਪੈਣਗੀਆਂ। ਜਿੱਥੇ ਤੱਕ ਸਵਾਲ ਹੈ 10ਵੀਂ ਤੇ 12ਵੀਂ ਦਾ ਸਕੂਲਾਂ ਦੇ ਵਿੱਚ, ਉਹਨਾਂ ਨੂੰ ਤਾਂ ਡੈਫੀਨਿਟਲੀ ਬਣਾਉਣਾ ਚਾਹੀਦਾ ਹੈ, ਚਾਹੇ ਤੁਸੀਂ ਰੋਲ ਨੰਬਰ ਵਾਈਜ਼ ਆਲਟਰਨੇਟਿਵ ਡੇਜ਼ ਤੇ ਬੁਲਾਓ ਗਿਣਤੀ ਘਟਾਉਣ ਵਾਸਤੇ, ਚਾਹੇ ਤੁਸੀਂ ਸਾਰੀਆਂ ਇੱਕ ਕਲਾਸ ਨੂੰ ਇੱਕ ਦਿਨ, ਇੱਕ ਕਲਾਸ ਨੂੰ ਇੱਕ ਦਿਨ ਬੁਲਾਓ,
ਲੇਕਿਨ ਇਹ ਹੈ ਵੀ ਉਹਨਾਂ ਨੂੰ ਸਕੂਲ ਦੇ ਵਿੱਚ ਬੁਲਾ ਕੇ ਹੀ ਐਜੂਕੇਸ਼ਨ ਦੇਣੀ ਚਾਹੀਦੀ ਹੈ। ਰਿਸਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪ੍ਰੋਬਲਮਸ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮਾਂ-ਬਾਪ ਵੀ ਬੜੇ ਦੁਵਿਧਾ ਦੇ ਵਿੱਚ ਹੈ, ਸਕੂਲ ਪ੍ਰਿੰਸੀਪਲਸ ਜਿਹੜੇ ਹੈਗੇ ਬੜੇ ਸਟ੍ਰੈਸ ਦੇ ਵਿੱਚ ਹੈ, ਟੀਚਰਸ ਬੜੇ ਸਟ੍ਰੈਸ ਦੇ ਵਿੱਚ ਹੈ ਕਿ ਕਿਸ ਤਰੀਕੇ ਦੇ ਨਾਲ ਕੋਵਿਡ ਨੋਰਮਸ ਨੂੰ ਰੱਖਦੇ ਹੋਏ, ਔਰ ਇੰਨੀ ਜ਼ਿਆਦਾ ਜਿਹੜੇ ਬੱਚਿਆਂ ਦੀ ਤਾਦਾਦ ਦੇ ਵਿੱਚ ਕੋਵਿਡ ਨੋਰਮਸ ਰੱਖਣਾ ਇੰਪੋਸੀਬਲ ਹੈ। ਆਪਾਂ ਗੱਲ ਹੋਈ ਹੈ, ਮੈਂ ਅੱਜ ਘੱਟੋ ਘੱਟ 5 ਸ਼ਹਿਰਾਂ ਦੇ ਵਿੱਚ ਨੂੰ ਲੰਘ ਕੇ ਆਇਆ, ਪੰਜਾਬ ਦੇ ਵਿੱਚ ਸਵੇਰੇ ਗਿਆ ਸੀਗਾ, 95% ਬਲਕਿ 99% ਲੋਕਾਂ ਦੇ ਕੋਈ ਕੋਵਿਡ ਡਿਸਟੈਂਸ, ਕੋਈ ਡਿਸਟੈਂਸਿੰਗ ਨਹੀਂ, ਕੋਈ ਮਾਸਕ ਨਹੀਂ, ਕੁਝ ਨਹੀਂ। ਤਾਂ ਸਕੂਲੀ ਬੱਚਿਆਂ ਨੂੰ ਆਪਾਂ ਕਿਵੇਂ ਐਕਸਪੈਕਟ ਕਰ ਸਕਦੇ ਹਾਂ? ਤੁਸੀਂ ਕਿੰਨਾ ਕੁ ਉਹ ਕਰ ਲਓਗੇ? ਤੁਸੀਂ ਚਲਾਨਾਂ ਦੀ ਗੱਲ ਕੀਤੀ ਹੈ, ਚਲਾਨ ਕਿਹਦਾ ਤੁਸੀਂ ਕਰੋਗੇ? ਇੰਨੀ ਕਿੱਥੇ ਸਾਡੇ ਕੋਲ ਪੁਲਿਸ ਅਵੇਲੇਬਲ ਹੈ, ਇੰਨਾ ਕਿੱਥੇ ਇੰਸਪੈਕਟੋਰੇਟ ਅਵੇਲੇਬਲ ਹੈ ਜਿਹੜਾ ਹਰ ਬੰਦੇ ਨੂੰ ਮਗਰ ਤੁਰਿਆ ਫਿਰੇਗਾ? ਨਹੀਂ ਸਰ, ਉਹ ਤਾਂ ਇਹ ਨੇ ਕਿ ਸ਼ਹਿਰ ਦੇ ਵਿੱਚ ਇੱਕ ਥਾਂ ਤੇ ਚਲਾਨ ਕੱਟਣੇ ਸ਼ੁਰੂ ਹੋ ਗਏ, ਬਾਕੀ ਸਾਰੇ ਸ਼ਹਿਰ ਨੇ ਆਪਣੇ ਮਾਸਕ ਪਾ ਲੈਣੇ। ਇਹ ਤਾਂ ਬੜਾ ਵਾਇਰਲ ਹੋ ਜਾਂਦਾ ਕਸਬਿਆਂ ਦੇ ਵਿੱਚ ਕਿ ਅੱਜ ਦੇਖੋ ਚਲਾਨ ਕੱਟੇ ਜਾ ਰਹੇ। ਸ਼ਹਿਰ ਦੇ ਵਿੱਚ ਪਾ ਲਓਗੇ, ਪਿੰਡਾਂ ਦੇ ਵਿੱਚ ਨਹੀਂ ਪਾਉਣੇ, ਪਿੰਡਾਂ ਦੇ ਵਿੱਚ ਨਹੀਂ ਹਨ ਲੋਕ। ਇਹ ਇੱਕ ਪ੍ਰੈਕਟੀਕਲ ਪ੍ਰੋਬਲਮਸ ਹੈ। ਮੈਂ ਆਪਾਂ ਇਸ ਵੇਲੇ ਸਕੂਲ ਦੀ ਡਿਸਕਸ਼ਨ ਕਰ ਰਹੇ ਹਾਂ, ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸ ਹੈ। ਐਟ ਦ ਸੇਮ ਟਾਈਮ ਸਾਡੇ ਕੋਲ ਕੋਈ ਚਾਰਾ ਨਹੀਂ ਹੈ। ਵੀ ਹੈਵ ਟੂ ਫਾਈਂਡ ਆਊਟ ਦਾ ਵੇਜ਼ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਫਲਾਈਨ ਕਲਾਸਿਸ, ਖਾਸ ਤੌਰ ਪਰ 10ਵੀਂ ਤੇ 12ਵੀਂ ਜੀ ਇਹਨਾਂ ਦੀ ਕਰੀਏ, ਔਰ ਇਹ ਕਰ ਵੀ ਰਹੇ हैं। हाँ, कुछ केसेस आए हैं, ਉਹਨਾਂ केसेस ਇਹ केसेस ਆਉਂਦੇ ਰਹਿਣਗੇ ਵੀ ਹੈ ਨਾਲ। ਇਹ ਇੱਕ ਜਗ੍ਹਾ ਨਹੀਂ ਹੈ, ਹਾਂ ਸਾਰੇ ਸਟੇਟਾਂ ਜਿੱਥੇ ਵੀ ਖੋਲਿਆ ਹੈ केसेस ਆਉਂਦੇ ਰਹਿਣਗੇ, ਉਹਦਾ ਵੀ ਧਿਆਨ ਰੱਖਣਾ ਹੈ। ਇਹ ਇੱਕ ਕਾਮਨ ਰਿਸਪੌਂਸਿਬਿਲਿਟੀ ਹੈ। ਆਪਾਂ ਸਕੂਲ ਅਥਾਰਟੀਜ਼ ਤੇ ਨਹੀਂ ਪਾ ਸਕਦੇ, ਸਕੂਲ ਅਥਾਰਟੀਜ਼ ਪੇਰੈਂਟਸ ਤੇ ਨਹੀਂ ਪਾ ਸਕਦੇ ਹੈ। ਇਸ ਚੀਜ਼ ਨੂੰ ਸਾਨੂੰ ਇਕੱਠੇ ਹੋ ਕੇ ਨਜਿੱਠਣਾ ਪਏਗਾ। ਇਹਦੇ ਵਿੱਚ ਸਰਕਾਰ, ਸਕੂਲ ਅਥਾਰਟੀਜ਼, ਪੇਰੈਂਟਸ, ਬੱਚੇ ਸਾਰੇ ਇਨਵੋਲਵਡ ਹੈ। ਸਾਰਿਆਂ ਨੂੰ ਮਿਲ ਕੇ ਜਿਹੜਾ ਹੈਗਾ ਇਹਦਾ ਮੁਕਾਬਲਾ ਕਰਨਾ ਪਏਗਾ। ਚਲ ਠੀਕ ਹੈ ਸਰ। ਪ੍ਰਿੰਸ ਖੁੱਲਰ ਜੀ, ਦੇਖੋ ਸਖਤੀ ਵਾਲੀ ਵਾਰ-ਵਾਰ ਗੱਲ ਆ ਰਹੀ ਹੈ। ਤੁਸੀਂ ਕਹਿ ਰਹੇ ਹੋ ਕਿ ਰਜਿੰਦਰ ਘਈ ਜੀ ਕਿਤੇ ਨਾ ਕਿਤੇ ਬੱਚਿਆਂ ਦੇ ਪੇਰੈਂਟਸ ਦੇ ਉੱਤੇ ਗੱਲ ਪਾ ਰਹੇ ਨੇ, ਪਰ ਜਿਹੜੇ ਐਕਸਪਰਟਸ ਨੇ, ਆਪਾਂ 4 ਇੱਥੇ ਜਿਹੜੇ ਮਹਿਮਾਨ ਅਸੀਂ ਅੱਜ ਸੱਦੇ ਨੇ, ਉਹਨਾਂ ਦੇ ਵਿੱਚੋਂ 3 ਦੀ ਰਾਏ ਇਹੀ ਹੈ ਕਿ ਜਿਹੜੀਆਂ ਛੋਟੀਆਂ ਕਲਾਸਾਂ ਨੇ ਉਹਨਾਂ ਦੇ ਬਾਰੇ ਤਾਂ ਜ਼ਰੂਰ ਸੋਚੇ। ਕਿ ਬਾਕੀ ਸਰਕਾਰ ਨੂੰ ਨਹੀਂ ਲੱਗਦਾ, ਤੁਹਾਨੂੰ ਨਹੀਂ ਲੱਗਦਾ ਕਿ ਹਾਂ ਇਸ ਦੇ ਬਾਰੇ ਰਿਵਿਊ ਹੋਣਾ ਚਾਹੀਦਾ ਕਿ ਪ੍ਰਾਇਮਰੀ ਤੱਕ ਜਿਹੜੇ ਬੱਚੇ ਨੇ ਉਹਨਾਂ ਬਾਰੇ ਰਿਵਿਊ ਕਰੀਏ? ਗੌਰਵ ਜੀ, ਇਸ ਤਰ੍ਹਾਂ ਵਾ ਕਿ ਥੋੜਾ ਜਿਹਾ ਪਹਿਲਾਂ ਮੈਂ ਦੱਸ ਦਿਆਂ ਕਿ ਜਿਹੜੀ ਇਹ ਪ੍ਰੋਬਲਮ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਇੱਕ ਸਾਰਿਆਂ ਦਾ ਕਾਮਨ ਹੈਗਾ ਵਾ, ਇਹਦੇ 'ਚ ਸਾਰਿਆਂ ਨੂੰ ਆਪਾਂ ਨੂੰ ਇੱਕ ਦੂਜੇ ਦਾ ਯੋਗਦਾਨ ਦੇਣਾ ਪਊਗਾ। ਇਹਦੇ 'ਚ ਵੈਕਸੀਨੇਸ਼ਨ ਦੀ ਵੀ ਜਿਹੜੀ ਕਮੀ ਹੈ ਜੀ, ਉਹ ਵੀ ਬੜੀ ਆ ਰਹੀ ਹੈ ਜੀ। ਉਹ ਵੀ ਸੀਐਮ ਸਾਹਿਬ ਦੇਖੋ ਅੱਜ ਮਿਲੇ ਨੇ ਹੈਲਥ ਮਿਨਿਸਟਰ ਨੂੰ, ਯੂਨੀਅਨ ਹੈਲਥ ਮਿਨਿਸਟਰ ਨੂੰ। ਉਹਨਾਂ 25% ਕੋਟਾ, ਹਾਲਾਂਕਿ 26 ਲੱਖ ਆਪਾਂ ਨੂੰ ਉਹ ਡੋਜ਼ ਚਾਹੀਦੀ ਹੈ ਜਿਹੜੀ ਸੈਕਿੰਡ ਡੋਜ਼ ਦੀ ਵੇਟ ਕਰ ਰਹੇ ਆ। ਸੋ ਸੀਐਮ ਸਾਹਿਬ ਨੇ ਕੀਤਾ, ਅੱਜ ਉਹਨਾਂ ਨੇ ਯੂਨੀਅਨ ਹੈਲਥ ਮਿਨਿਸਟਰ ਨੇ ਵੀ ਕਿਹਾ ਕਿ 25% ਕੋਟਾ ਅਸੀਂ ਵਧਾ ਦਿੰਨੇ ਆ, ਤਾਂ ਕਿ ਇਹਦਾ ਤਾਂ ਇੱਕੋ ਹੀ ਹੱਲ ਆ। ਗੌਰਵ ਜੀ, ਤੁਸੀਂ ਦੇਖੋ ਕਿ ਸੋਸ਼ਲ ਡਿਸਟੈਂਸਿੰਗ ਔਰ ਵੈਕਸੀਨੇਟ ਜਿੰਨੀ ਦੇਰ ਤੱਕ ਸਾਰੇ ਹੋ ਨਹੀਂ ਜਾਂਦੇ, ਉਨੀ ਦੇਰ ਤੱਕ ਇਹਦਾ ਵੇਵਸ ਔਨ 3rd ਜਾਂ 4th ਵੀ ਆ ਸਕਦੀ, ਜੋ ਵੀ ਚੱਲ ਰਿਹਾ। ਸੋ ਗੱਲ ਜਿਹੜੀ ਰਿਵਿਊ ਵਾਲੀ ਤੁਸੀਂ ਕੀਤੀ ਹੈ ਜੀ, ਮੈਂ ਤੁਹਾਨੂੰ ਅੱਗੇ ਦੱਸਿਆ ਕਿ ਸਾਡੇ ਲਈ ਜਿਹੜੇ ਬੱਚੇ ਆ ਉਹ ਸਭ ਤੋਂ ਉੱਪਰ ਨੇ। ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰੱਖਿਆ ਹਰ ਇੱਕ ਨਾਗਰਿਕ ਦੀ, ਸਾਰਿਆਂ ਦੀ ਸਰਕਾਰ ਦਾ ਫਰਜ਼ ਹੈ। ਬਟ ਅਸੀਂ ਇਹਦੇ ਤੇ ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਬਾਅਦ ਸੀਐਮ ਸਾਹਿਬ ਆ ਰਹੇ ਨੇ, ਜਿਹੜੀ ਇਹਦੇ 'ਚ ਕੋਵਿਡ ਰਿਵਿਊ ਮੀਟਿੰਗ 'ਚ ਇਹ ਜ਼ਰੂਰ ਰਿਵਿਊ ਕੀਤਾ ਜਾਏਗਾ ਕਿ ਜੇ ਹਾਲਾਤ ਨਹੀਂ ਠੀਕ ਹੁੰਦੇ ਤੇ ਆਪਾਂ ਇਹਨੂੰ ਜਿਹੜਾ ਹੈਗਾ ਪ੍ਰਾਇਮਰੀ ਤੱਕ ਇਹਨੂੰ ਬੰਦ ਕਰ ਦਿਆਂਗੇ।